किताब तूफाना दा शाह असवार शहीद करतार सिंह सराभा। लेखक सरदार अजमेर सिंह। भाग 27वां। आवाज़ भाई गुरजंट सिंह रूपवाली। शहीद भगत सिंह दी नुक्सदार धारना ਅਤੇ बगावत ਦੇ असफल यतन। वाहिगुरू जी का खालसा वाहिगुरू जी की फतेह। शहीद भगत सिंह ने करतार सिंह सराभा ਦੇ ਜੀਵਨ ਬਾਰੇ ਲਿਖੇ ਇੱਕ ਲੇਖ ਅੰਦਰ ਡਾਕੇ ਮਾਰਨ ਬਾਰੇ ਉਸ ਦੀ ਸਮਝ ਤੇ ਪਹੁੰਚ ਦੀ ਪੇਸ਼ਕਾਰੀ ਇਸ ਤਰ੍ਹਾਂ ਕੀਤੀ ਹੈ। ਪੈਸੇ ਦੀ ਕਮੀ ਪੂਰੀ ਕਰਨ ਲਈ ਆਪ ਨੇ ਇੱਕ ਬੰਦੇ ਦੇ ਘਰ ਡਾਕੇ ਦੀ ਯੋਜਨਾ ਬਣਾ ਲਈ। ਡਾਕੇ ਦਾ ਨਾਂ ਸੁਣਦਿਆਂ ਹੀ ਵਿਦਰੋਹੀ ਵੀਰ ਸੁੰਨ ਹੋ ਗਏ, ਪਰ ਆਪ ਨੇ ਕਹਿ ਦਿੱਤਾ, ਕੋਈ ਡਰ ਨਹੀਂ, ਭਾਈ ਪਰਮਾਨੰਦ ਵੀ ਡਕੈਤੀ ਨਾਲ ਸਹਿਮਤ ਹਨ। ਭਾਈ ਪਰਮਾਨੰਦ ਨੂੰ ਪੁੱਛ ਕੇ ਆਉਣ ਦਾ ਜ਼ਿੰਮਾ ਆਪ ਨੂੰ ਸੌਂਪਿਆ ਗਿਆ। ਅਗਲੇ ਦਿਨ ਪਰਮਾਨੰਦ ਨੂੰ ਬਿਨਾਂ ਮਿਲੇ ਹੀ ਜਾ ਕੇ ਕਹਿ ਦਿੱਤਾ, ਪੁੱਛ ਆਇਆ ਹਾਂ, ਉਹ ਸਹਿਮਤ ਹਨ। ਗਦਰ ਦੀ ਤਿਆਰੀ ਵਿੱਚ ਸਿਰਫ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਨ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਉਪਰੋਕਤ ਪੇਸ਼ਕਾਰੀ ਤੱਥਾਂ ਪੱਖੋਂ ਹੀ ਸਹੀ ਨਹੀਂ ਹੈ। ਅਜਿਹੀ ਕੋਈ ਗੱਲ ਹਕੀਕਤ ਵਿੱਚ ਹੋਈ ਹੀ ਨਹੀਂ ਸੀ। ਕਿਸੇ ਨੇ ਇਹ ਗੱਲ ਝੂਠੀ ਫੈਲਾ ਦਿੱਤੀ ਸੀ। ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਅੰਦਰ ਸਪਸ਼ਟ ਲਿਖਿਆ ਹੈ ਕਿ ਮੈਂ ਜਦੋਂ ਲਾਹੌਰ ਜੇਲ੍ਹ ਅੰਦਰ ਕਰਤਾਰ ਸਿੰਘ ਸਰਾਭਾ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਨੇ ਅਜਿਹੀ ਕਿਸੇ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਫੁੱਟਨੋਟ: ਸ਼ਹੀਦ ਭਗਤ ਸਿੰਘ ਦਾ ਉਪਰੋਕਤ ਕਥਨ ਇੱਕ ਹੋਰ ਪੱਖ ਤੋਂ ਵੀ ਦੋਸ਼ਪੂਰਨ ਹੈ। ਇਸ ਵਿੱਚ ਗਦਰ ਪਾਰਟੀ ਅੰਦਰ ਭਾਈ ਪਰਮਾਨੰਦ ਦੇ ਰੁਤਬੇ ਤੇ ਮਹੱਤਵ ਬਾਰੇ ਬਹੁਤ ਹੀ ਗਲਤ ਪ੍ਰਭਾਵ ਬਣਦਾ ਹੈ। ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਾਰਟੀ ਅਕਸਰ ਹੀ ਭਾਈ ਪਰਮਾਨੰਦ ਕੋਲੋਂ ਸਲਾਹ ਲੈਂਦੀ ਸੀ ਅਤੇ ਉਸ ਦੀ ਰਾਏ ਨੂੰ ਅੰਤਮ ਸਮਝਿਆ ਜਾਂਦਾ ਸੀ। ਹਕੀਕਤ ਵਿੱਚ ਅਜਿਹਾ ਉੱਕਾ ਹੀ ਕੋਈ ਗੱਲ ਨਹੀਂ ਸੀ। ਸੱਚਾਈ ਇਹ ਸੀ ਕਿ ਭਾਈ ਪਰਮਾਨੰਦ ਕਦੇ ਵੀ ਗਦਰ ਪਾਰਟੀ ਦਾ ਹਿੱਸਾ ਨਹੀਂ ਬਣੇ ਸਨ। ਉਹਨਾਂ ਨੇ ਹਮੇਸ਼ਾ ਹੀ ਇਸ ਤੋਂ ਦੂਰੀ ਬਣਾ ਕੇ ਰੱਖੀ ਸੀ। ਇਹ ਗੱਲ ਉਹਨਾਂ ਦੀ ਸਵੈ ਜੀਵਨੀ ਚੋਂ ਪ੍ਰਤੱਖ ਹੋ ਜਾਂਦੀ ਹੈ। ਸਗੋਂ ਜੇਲ੍ਹ ਅੰਦਰ ਉਸ ਨੇ ਕਈ ਮੌਕਿਆਂ ਤੇ ਪਾਰਟੀ ਦੇ ਵਿਰੁੱਧ ਕੰਮ ਕੀਤਾ। ਉਸ ਨੇ ਗਦਰ ਪਾਰਟੀ ਦੀ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਨਹੀਂ ਲਿਆ ਸੀ। ਅਮਰੀਕਾ ਅੰਦਰ ਉਸ ਦੀ ਕੁਝ ਗਦਰੀ ਆਗੂਆਂ ਨਾਲ ਜਾਣ ਪਛਾਣ ਬਣ ਗਈ ਸੀ। ਉਹ ਬਹੁਤ ਪਹਿਲਾਂ ਅਮਰੀਕਾ ਤੋਂ ਦੇਸ਼ ਪਰਤ ਆਇਆ ਸੀ। ਪੁਰਾਣੀ ਜਾਣ ਪਛਾਣ ਕਰਕੇ ਉਹ ਗਦਰੀ ਗਾਹੇ ਬਗਾਹੇ ਲਾਹੌਰ ਅੰਦਰ ਉਸ ਦੀ ਦੁਕਾਨ ਤੇ ਗੇੜਾ ਮਾਰ ਲੈਂਦੇ ਸਨ। ਉਹ ਕਦੇ ਅੜੇ ਥੋੜੇ ਇੱਕ ਦੂਜੇ ਨੂੰ ਸੁਨੇਹਾ ਪਤਾ ਦੇਣ ਵਾਸਤੇ ਉਸ ਦੇ ਅੱਡੇ ਦੀ ਵਰਤੋਂ ਕਰ ਲੈਂਦੇ ਸਨ। ਇਸ ਤੋਂ ਵੱਧ ਉਸ ਦਾ ਪਾਰਟੀ ਨਾਲ ਹੋਰ ਕੋਈ ਲੈਣਾ ਦੇਣਾ ਨਹੀਂ ਸੀ। ਅੰਗਰੇਜ਼ ਸਰਕਾਰ ਉਸ ਦੇ ਬਰਤਾਨੀਆ ਵਿਰੋਧੀ ਆਰੀਆ ਸਮਾਜੀ ਖਿਆਲਾਂ ਕਰਕੇ ਉਸ ਉੱਤੇ ਖਫਾ ਸੀ। ਉਸ ਵੱਲੋਂ ਭਾਰਤ ਦੇ ਇਤਿਹਾਸ ਬਾਰੇ ਲਿਖੀ ਇੱਕ ਕਿਤਾਬ ਅੰਗਰੇਜ਼ ਸਰਕਾਰ ਨੂੰ ਗਵਾਰਾ ਨਹੀਂ ਹੋਈ ਸੀ, ਜਿਸ ਕਰਕੇ ਸਰਕਾਰ ਨੇ ਉਸ ਦੇ ਗਦਰ ਪਾਰਟੀ ਨਾਲ ਸਬੰਧਾਂ ਦਾ ਬਹਾਨਾ ਬਣਾ ਕੇ ਉਸ ਨੂੰ ਗ੍ਰਿਫਤਾਰ ਕਰਕੇ ਗਦਰੀ ਆਗੂਆਂ ਨਾਲ ਹੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਅੜੁੰਗ ਲਿਆ ਸੀ। ਸ਼ਹੀਦ ਭਗਤ ਸਿੰਘ ਨੂੰ ਜਾਂ ਇਹਨਾਂ ਤੱਥਾਂ ਦੀ ਜਾਣਕਾਰੀ ਨਹੀਂ ਸੀ ਅਤੇ ਜਾਂ ਫਿਰ ਉਹ ਭਾਈ ਪਰਮਾਨੰਦ ਪ੍ਰਤੀ ਆਪਣੇ ਉਲਾਰ ਸ਼ਰਧਾ ਭਾਵ ਕਰਕੇ ਗਲਤ ਫਹਿਮੀ ਦਾ ਸ਼ਿਕਾਰ ਹੋ ਗਿਆ ਸੀ। ਅਸਲ ਵਿੱਚ ਭਾਈ ਪਰਮਾਨੰਦ ਨੂੰ ਆਪਣਾ ਮਹੱਤਵ ਵਧਾ ਚੜਾ ਕੇ ਦੱਸਣ ਦੀ ਵਾਦੀ ਸੀ। ਇਸ ਮੰਤਵ ਲਈ ਉਹ ਝੂਠ ਦਾ ਸਹਾਰਾ ਲੈਣ ਤੋਂ ਝਿਜਕ ਨਹੀਂ ਮੰਨਦਾ ਸੀ। ਆਪਣੀ ਸਵੈ ਜੀਵਨੀ ਅੰਦਰ ਉਸਨੇ ਆਪਣੇ ਆਪ ਨੂੰ ਭਾਈ ਕਰਤਾਰ ਸਿੰਘ ਸਰਾਭਾ ਦਾ ਸਿਆਸੀ ਉਸਤਾਦ ਦਰਸਾਉਣ ਲਈ ਕਈ ਮਨ ਘੜਤ ਕਿੱਸੇ ਲਿਖ ਮਾਰੇ ਹਨ। ਆਪਣੇ ਝੂਠਾਂ ਨੂੰ ਸੱਚੇ ਦਰਸਾਉਣ ਲਈ ਉਸਨੇ ਇੱਕ ਜਗ੍ਹਾ ਭਾਈ ਸਰਾਭਾ ਦੇ ਝੂਠ ਬੋਲਣ ਦੇ ਸੁਭਾਅ ਵੱਲ ਇਸ਼ਾਰਾ ਕਰਨ ਦੀ ਕੋਝੀ ਹਰਕਤ ਕੀਤੀ ਹੈ। ਵੇਖੋ ਸਫਾ 69 ਉੱਪਰੋਂ ਤੀਜੀ ਸਤਰ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਮੇਰੀ ਰਾਮ ਕਹਾਣੀ ਵਿੱਚ ਭਾਈ ਪਰਮਾਨੰਦ ਵੱਲੋਂ ਆਪਣੀਆਂ ਲਿਖਤਾਂ ਅੰਦਰ ਸਿੱਖਾਂ ਪ੍ਰਤੀ ਸਾੜੇ ਦੀ ਭਾਵਨਾ ਚੋਂ ਗਦਰ ਲਹਿਰ ਬਾਰੇ ਲਿਖੇ ਬਹੁਤ ਸਾਰੇ ਝੂਠਾਂ ਦਾ ਪਾਜ ਉਘਾੜਿਆ ਹੈ। ਫੁੱਟਨੋਟ ਸਮਾਪਤ। ਜਿਸ ਤੋਂ ਸਿੱਧ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਇਹ ਗੱਲ ਅਫਵਾਹ ਦੇ ਆਧਾਰ ਤੇ ਹੀ ਲਿਖ ਦਿੱਤੀ ਸੀ, ਪਰ ਤੱਥ ਦੀ ਗਲਤੀ ਨਾਲੋਂ ਵੱਧ ਅਹਿਮ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਨੇ ਨਾ ਸਿਰਫ ਭਾਈ ਕਰਤਾਰ ਸਿੰਘ ਸਰਾਭਾ ਨੂੰ ਝੂਠ ਬੋਲਦਾ ਦਿਖਾਇਆ ਹੈ, ਸਗੋਂ ਉਸ ਦੇ ਇਸ ਕਰਮ ਨੂੰ ਵਾਜਬ ਵੀ ਠਹਿਰਾਇਆ ਹੈ। ਇਸ ਤੋਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਲਹਿਰ ਅੰਦਰ ਨੈਤਿਕਤਾ ਬਾਰੇ ਸਮਝ ਉਜਾਗਰ ਹੋ ਜਾਂਦੀ ਹੈ।
ਉਸ ਦਾ ਭਾਵ ਸਪਸ਼ਟ ਹੈ ਕਿ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ਜੇਕਰ ਆਪਣੇ ਹੀ ਸਾਥੀਆਂ ਕੋਲ ਵੀ ਝੂਠ ਬੋਲਣਾ ਪੈ ਜਾਵੇ ਤਾਂ ਇਹ ਅਨੈਤਿਕ ਨਹੀਂ, ਮੰਤਵ ਪੂਰਾ ਹੋਣਾ ਚਾਹੀਦਾ ਹੈ। ਹਕੀਕਤ ਵਿੱਚ ਇਹ ਮਸਲਾ ਨਿਸ਼ਾਨੇ ਤੇ ਸਾਧਨਾ ਦੇ ਆਪਸੀ ਰਿਸ਼ਤੇ ਦਾ ਹੈ। ਇਨਕਲਾਬੀ ਲਹਿਰਾਂ ਅੰਦਰ ਇਸ ਬਾਰੇ ਦੋ ਕਿਸਮ ਦੀਆਂ ਸਮਝਾਂ ਪਾਈਆਂ ਜਾਂਦੀਆਂ ਹਨ। ਇੱਕ ਇਹ ਕਿ ਉੱਤਮ ਨਿਸ਼ਾਨਾ ਹਾਸਲ ਕਰਨ ਲਈ ਸਾਧਨ ਵੀ ਉਨੇ ਹੀ ਉੱਤਮ ਅਪਣਾਉਣੇ ਚਾਹੀਦੇ ਹਨ। ਇਸ ਸਚਿਆਰੀ ਸਮਝ ਦੇ ਉਲਟ ਇਹ ਉਪਯੋਗਤਾਵਾਦੀ ਧਾਰਨਾ ਪ੍ਰਚਲਿਤ ਹੈ ਕਿ ਨੇਕ ਉਦੇਸ਼ਾਂ ਦੀ ਪੂਰਤੀ ਲਈ ਠੀਕ ਗਲਤ ਕੋਈ ਵੀ ਢੰਗ ਅਪਣਾਇਆ ਜਾ ਸਕਦਾ ਹੈ। ਇਨਕਲਾਬੀ ਲਹਿਰਾਂ ਨੂੰ ਅਕਸਰ ਹੀ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਕਈ ਲੇਖਕਾਂ ਵੱਲੋਂ ਇਸ ਮਸਲੇ ਤੇ ਭਾਈ ਕਰਤਾਰ ਸਿੰਘ ਸਰਾਭਾ ਦਾ ਪੱਖ ਲੈਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਨਕਲਾਬੀ ਲਹਿਰਾਂ ਤੇ ਇਸ ਦੇ ਨਾਇਕਾਂ ਬਾਰੇ ਉਹਨਾਂ ਦੀ ਸਮਝ ਸਾਰਥਕ ਨਾ ਹੋ ਕੇ ਭਾਵ ਆਤਮਕ ਅਥਵਾ ਆਦਰਸ਼ਵਾਦੀ ਹੈ। ਉਹ ਇਹ ਮੰਨ ਕੇ ਚੱਲਦੇ ਹਨ ਕਿ ਇਨਕਲਾਬੀ ਸੂਰਮਿਆਂ ਅੰਦਰ ਕੋਈ ਵੀ ਸਿਧਾਂਤਕ ਜਾਂ ਸਦਾਚਾਰਕ ਤਰੁੱਟੀ ਨਹੀਂ ਹੋ ਸਕਦੀ ਅਤੇ ਉਹ ਕਦੇ ਵੀ ਗਲਤ ਨਹੀਂ ਹੋ ਸਕਦੇ, ਜਦ ਕਿ ਅਜਿਹਾ ਸੋਚਣਾ ਗੈਰ ਕੁਦਰਤੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੇ ਮਹਾਵਾਕਾਂ ਅਨੁਸਾਰ ਹੱਡ ਮਾਸ ਦਾ ਪੁਤਲਾ ਕੋਈ ਵੀ ਮਨੁੱਖ ਕਿੱਡਾ ਵੀ ਮਹਾਨ ਕਿਉਂ ਨਾ ਹੋਵੇ, ਊਣ ਤਾਈਆਂ ਤੋਂ ਪੂਰਨ ਰੂਪ ਵਿੱਚ ਸੁਰਖਰੂ ਨਹੀਂ ਹੋ ਸਕਦਾ। ਅਦੁੱਤੀ ਗੁਣਾਂ ਦਾ ਧਾਰਨੀ ਵਿਅਕਤੀ ਵੀ ਕਿਸੇ ਮੌਕੇ ਸੋਚ ਤੇ ਅਮਲ ਦੇ ਖੇਤਰ ਵਿੱਚ ਕੋਈ ਗਲਤੀ ਕਰ ਸਕਦਾ ਹੈ। ਕਿਸੇ ਇੱਕ ਅੱਧੀ ਗਲਤੀ ਨਾਲ ਹੀ ਉਸ ਦੀ ਮਹਾਨਤਾ ਘਟ ਨਹੀਂ ਜਾਂਦੀ। ਅਹਿਮ ਗੱਲ ਉਸ ਦੀ ਸੁਹਿਰਦਤਾ ਹੁੰਦੀ ਹੈ। ਇਨਕਲਾਬੀਆਂ ਦਾ ਇਹੀ ਸਭ ਤੋਂ ਵੱਡਾ ਇਖਲਾਕੀ ਗੁਣ ਹੁੰਦਾ ਹੈ। ਡਾਕਿਆਂ ਬਾਰੇ ਭਾਈ ਕਰਤਾਰ ਸਿੰਘ ਸਰਾਭਾ ਦੀ ਸਮਝ ਤੇ ਪਹੁੰਚ ਨੂੰ ਜੇਕਰ ਉਪਰੋਕਤ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਸੱਚਾਈ ਮੰਨ ਲੈਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਸ ਮਸਲੇ ਤੇ ਉਸ ਕੋਲੋਂ ਨਿਸ਼ਚਿਤ ਤੌਰ ਤੇ ਉਕਾਈ ਹੋਈ ਸੀ। ਉਸ ਦੀ ਸਮੁੱਚੀ ਸ਼ਖਸੀਅਤ ਤੇ ਮੀਜਾ ਤੋਂ ਇਸ ਦੇ ਕਾਰਨ ਬਾਰੇ ਕਿਆਫਾ ਲਾਇਆ ਜਾ ਸਕਦਾ ਹੈ। ਜੰਗ ਲੱਗਣ ਨਾਲ ਦੇਸ਼ ਦੇ ਅੰਦਰ ਬਾਹਰਮੁਖੀ ਹਾਲਤਾਂ ਕਿੰਨੀਆਂ ਸਾਜ਼ਗਾਰ ਹੋ ਗਈਆਂ ਸਨ, ਇਸ ਦਾ ਅਹਿਸਾਸ ਭਾਈ ਕਰਤਾਰ ਸਿੰਘ ਸਰਾਭੇ ਤੋਂ ਬਿਨਾਂ ਹੋਰ ਕਿਸ ਨੂੰ ਹੋ ਸਕਦਾ ਸੀ। ਅੰਗਰੇਜ਼ ਸਰਕਾਰ ਦਾ ਤਖਤਾ ਉਲਟਾਉਣ ਲਈ ਜਿੰਨੀ ਅੱਗ ਉਸ ਦੇ ਹਿਰਦੇ ਵਿੱਚ ਬਲ ਰਹੀ ਸੀ, ਉਨੀ ਸ਼ਾਇਦ ਹੋਰ ਕਿਸੇ ਦੇ ਨਹੀਂ। ਇਸ ਕਰਕੇ 2 ਮਹੀਨਿਆਂ ਤੋਂ ਉਹ ਆਰਾਮ ਕਰਨਾ ਭੁੱਲ ਗਿਆ ਸੀ। ਉਸ ਨੇ ਮਿਹਨਤ ਤੇ ਭੱਜ ਨੱਠ ਕਰਨ ਵਿੱਚ ਮਸ਼ੀਨਾਂ ਨੂੰ ਮਾਤ ਪਾ ਦਿੱਤਾ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਰਫ ਪੈਸੇ ਤੇ ਹਥਿਆਰਾਂ ਦੀ ਤੋਟ ਕਾਰਨ ਹੀ ਬਗਾਵਤ ਦਾ ਕਾਰਜ ਲੇਟ ਹੋਈ ਜਾ ਰਿਹਾ ਹੈ। ਦਿਨ ਤੇਜ਼ੀ ਨਾਲ ਲੰਘੀ ਜਾ ਰਹੇ ਸਨ। ਜਿਨ੍ਹਾਂ ਸਿਪਾਹੀਆਂ ਦੀ ਮਦਦ ਨਾਲ ਉਹਨਾਂ ਨੇ ਲਾਹੌਰ ਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਅੰਦਰ ਬਗਾਵਤ ਦਾ ਮਹੂਰਤ ਕਰਨਾ ਸੀ, ਉਹਨਾਂ ਸਿਪਾਹੀਆਂ ਨੂੰ ਕਿਸੇ ਵੇਲੇ ਵੀ ਦੇਸ਼ ਤੋਂ ਬਾਹਰ ਜੰਗ ਦੇ ਮੋਰਚਿਆਂ ਤੇ ਚਲੇ ਜਾਣ ਦੇ ਫਰਮਾਨ ਜਾਰੀ ਹੋ ਸਕਦੇ ਸਨ। ਉਸ ਤੋਂ ਬਾਅਦ ਗਦਰੀ ਇਨਕਲਾਬੀਆਂ ਨੇ ਹੱਥ ਮਲਦੇ ਹੀ ਰਹਿ ਜਾਣਾ ਸੀ। ਉਹਨਾਂ ਨੂੰ ਆਪਣੇ ਹਮਾਇਤੀਆਂ ਕੋਲੋਂ ਜਿੰਨੇ ਫੰਡਾਂ ਦੀ ਉਮੀਦ ਸੀ ਉਹ ਮਿਲ ਨਹੀਂ ਰਹੇ ਸਨ, ਜਿਸ ਨਾਲ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀ, ਜਿਸ ਦਾ ਆਪਣਾ ਰੋਮ ਰੋਮ ਗਦਰ ਨੂੰ ਸਮਰਪਿਤ ਸੀ, ਦੇ ਮਨ ਅੰਦਰ ਦਾਨੀ ਲੋਕਾਂ ਬਾਰੇ ਕੁਝ ਹੱਦ ਤੱਕ ਬੇਭਰੋਸਗੀ ਪੈਦਾ ਹੋ ਜਾਣੀ ਗੈਰ ਸੁਭਾਵਕ ਨਹੀਂ ਸੀ। ਅਜਿਹੀ ਮਨੋ ਅਵਸਥਾ ਵਿੱਚ ਉਸ ਵਰਗੇ ਲੋਕਾਂ ਵੱਲੋਂ ਬਾਬਾ ਨਿਧਾਨ ਸਿੰਘ ਚੋਗਾ ਦੀ ਸਰਦਾਰ ਨਾਨਕ ਸਿੰਘ ਭਦੌੜ ਬਾਰੇ ਕਹੀ ਗੱਲ ਨੂੰ ਆਵਾਗੌਣ ਹੀ ਸਮਝ ਲੈਣਾ ਕੋਈ ਵੱਡੀ ਗੱਲ ਨਹੀਂ ਸੀ। ਪਰ ਕੁਛ ਵੀ ਹੋਵੇ, ਅਸੂਲੀ ਤੌਰ ਤੇ ਭਾਈ ਕਰਤਾਰ ਸਿੰਘ ਸਰਾਭਾ ਦੀ ਇਸ ਸੋਚ ਨੂੰ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਜਿਵੇਂ ਕਿ ਅਸੀਂ ਅੱਗੇ ਜਾ ਕੇ ਵੇਖਾਂਗੇ, ਗਦਰ ਲਹਿਰ ਦੇ ਬਾਕੀ ਸਾਰੇ ਹੀ ਆਗੂਆਂ ਨੇ ਇਸ ਨੂੰ ਗਦਰ ਪਾਰਟੀ ਦੇ ਪ੍ਰਵਾਨਿਤ ਅਸੂਲਾਂ ਦੀ ਉਲੰਘਣਾ ਵਜੋਂ ਹੀ ਲਿਆ ਸੀ। ਬਾਅਦ ਵਿੱਚ ਜਾ ਕੇ ਸਾਰਿਆਂ ਨੂੰ ਹੀ ਇਸ ਉੱਤੇ ਗਹਿਰਾ ਅਫਸੋਸ ਹੋਇਆ ਸੀ। ਪਰ ਇਸ ਦੇ ਬਾਵਜੂਦ ਕਿਸੇ ਵੀ ਗਦਰੀ ਆਗੂ ਜਾਂ ਵਰਕਰ ਦੇ ਮਨ ਅੰਦਰ ਇਸ ਵਜ੍ਹਾ ਕਰਕੇ ਭਾਈ ਕਰਤਾਰ ਸਿੰਘ ਸਰਾਭਾ ਪ੍ਰਤੀ ਪਿਆਰ ਤੇ ਸਤਿਕਾਰ ਦੇ ਭਾਵ ਵਿੱਚ ਮਾਸਾ ਭਰ ਵੀ ਕਮੀ ਨਹੀਂ ਆਈ ਸੀ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ ਚੋਗਾ, ਮਾਸਟਰ ਊਧਮ ਸਿੰਘ ਕਸੇਲ, ਭਾਈ ਸੰਤੋਖ ਸਿੰਘ, ਭਾਈ ਰਣਧੀਰ ਸਿੰਘ ਸਮੇਤ ਸਾਰਿਆਂ ਨੇ ਹੀ ਉਸ ਨੂੰ ਪੂਰਾ ਪਿਆਰ ਤੇ ਇੱਜ਼ਤ ਮਾਣ ਬਖਸ਼ਿਆ ਸੀ। ਉਹਨਾਂ ਨੇ ਜਦੋਂ ਵੀ ਉਸ ਨੂੰ ਯਾਦ ਕੀਤਾ, ਉਸ ਪ੍ਰਤੀ ਤੀਬਰ ਸਨੇਹ ਤੇ ਸਨਮਾਨ ਪ੍ਰਗਟਾਇਆ। ਬਗਾਵਤ ਦੇ ਅਸਫਲ ਯਤਨ। ਗਦਰੀ ਆਗੂ ਅਮਰੀਕਾ ਕੈਨੇਡਾ ਤੋਂ ਇਹ ਧਾਰ ਕੇ ਚੱਲੇ ਸਨ ਕਿ ਉਹ ਜਾਂਦਿਆਂ ਹੀ ਪੂਰੇ ਜ਼ੋਰ ਸ਼ੋਰ ਨਾਲ ਫੌਜਾਂ ਅੰਦਰ ਗਦਰ ਦਾ ਪ੍ਰਚਾਰ ਸ਼ੁਰੂ ਕਰ ਦੇਣਗੇ
ਅਤੇ ਜਿਉਂ ਹੀ ਯੁੱਧ ਨੀਤਕ ਪੱਖ ਤੋਂ ਮਹੱਤਵਪੂਰਨ ਕੁਝ ਛਾਉਣੀਆਂ ਅੰਦਰ ਦੇਸੀ ਪਲਟਣਾ ਚੋਂ ਗੁਜ਼ਾਰੇ ਜੋਗੇ ਸਿਪਾਹੀ ਬਗਾਵਤ ਕਰਨ ਲਈ ਤਿਆਰ ਹੋ ਗਏ ਤਾਂ ਉਹ ਇੱਕ ਦਿਨ ਮਿੱਥ ਕੇ ਇਨ੍ਹਾਂ ਛਾਉਣੀਆਂ ਅੰਦਰ ਬਗਾਵਤ ਦਾ ਝੰਡਾ ਝੁਲਾ ਦੇਣਗੇ। 2 ਕੁ ਮਹੀਨਿਆਂ ਵਿੱਚ ਉਹਨਾਂ ਨੇ ਲਾਹੌਰ ਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਅੰਦਰੋਂ ਚੋਖੇ ਸਿਪਾਹੀ ਗੰਢ ਲਏ ਸਨ। ਇਨ੍ਹਾਂ ਸਿਪਾਹੀਆਂ ਰਾਹੀਂ ਉਹਨਾਂ ਨੂੰ ਇਹ ਰਿਪੋਰਟਾਂ ਮਿਲੀਆਂ ਸਨ ਕਿ ਜਦੋਂ ਇੱਕ ਵਾਰ ਬਗਾਵਤ ਸ਼ੁਰੂ ਹੋ ਗਈ ਤਾਂ ਦੇਸੀ ਫੌਜਾਂ ਵੱਡੀ ਪੱਧਰ ਤੇ ਗਦਰੀਆਂ ਨਾਲ ਆ ਮਿਲਣਗੀਆਂ। ਇਨ੍ਹਾਂ ਬਾਗੀ ਫੌਜਾਂ ਤੇ ਇਨ੍ਹਾਂ ਛਾਉਣੀਆਂ ਅੰਦਰੋਂ ਲੁੱਟੇ ਹਥਿਆਰਾਂ ਦੀ ਮਦਦ ਨਾਲ ਗਦਰੀਆਂ ਕੋਲ ਚੰਗੀ ਖਾਸੀ ਫੌਜ ਹੋ ਜਾਵੇਗੀ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਵਿਰੁੱਧ ਜੰਗ ਛੇੜ ਦਿੱਤੀ ਜਾਵੇਗੀ। ਗਦਰੀ ਆਗੂਆਂ ਨੂੰ ਉਹਨਾਂ ਦੇ ਹਮਾਇਤੀ ਸਿਪਾਹੀਆਂ ਕੋਲੋਂ ਇਹ ਸੂਚਨਾ ਵੀ ਮਿਲ ਗਈ ਸੀ ਕਿ ਗੋਰਾ ਫੌਜਾਂ ਦਾ ਵੱਡਾ ਹਿੱਸਾ ਜੰਗ ਵਿੱਚ ਸ਼ਾਮਲ ਹੋਣ ਲਈ ਯੂਰਪ ਵਿੱਚ ਭੇਜ ਦਿੱਤਾ ਗਿਆ ਸੀ। ਉਹਨਾਂ ਸਮਿਆਂ ਵਿੱਚ ਹਿੰਦੁਸਤਾਨ ਅੰਦਰ ਨਿਰੋਲ ਗੋਰਿਆਂ ਦੇ ਕੁੱਲ 9 ਰਸਾਲੇ ਸਨ, ਜਿਨ੍ਹਾਂ ਵਿੱਚੋਂ 7 ਬਾਹਰ ਜੰਗ ਦੇ ਮੋਰਚਿਆਂ ਤੇ ਚਲੇ ਗਏ ਸਨ। ਇਸ ਤਰ੍ਹਾਂ 52 ਗੋਰੀਆਂ ਪਲਟਣਾ ਵਿੱਚੋਂ 44 ਅਤੇ 56 ਸ਼ਾਹੀ ਤੋਪਖਾਨਿਆਂ ਵਿੱਚੋਂ 43 ਸਮੁੰਦਰੋਂ ਪਾਰ ਭੇਜੇ ਜਾ ਚੁੱਕੇ ਸਨ। ਹਿੰਦੁਸਤਾਨੀ ਫੌਜ ਦੇ ਸਾਰੇ ਹਵਾਈ ਜਹਾਜ਼ ਹਵਾਈ ਸੈਨਿਕਾਂ ਸਮੇਤ ਇੰਗਲੈਂਡ ਜਾਂ ਮਿਸਰ ਭੇਜੇ ਜਾ ਚੁੱਕੇ ਸਨ। ਇਸ ਤਰ੍ਹਾਂ ਗੋਰਾ ਫੌਜ ਦੀ ਹਿੰਦ ਵਿੱਚ ਨਫਰੀ 15,000 ਤੋਂ ਵੀ ਘੱਟ ਰਹਿ ਗਈ ਸੀ। ਇਹਨਾਂ ਵਿੱਚੋਂ ਵੀ ਕਾਫੀ ਸਰਹੱਦਾਂ ਉੱਤੇ ਤਾਇਨਾਤ ਸਨ। ਹੋਰ ਅਹਿਮ ਗੱਲ ਇਹ ਕਿ ਇਹਨਾਂ 15,000 ਗੋਰਿਆਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਵੱਡੀ ਉਮਰ ਦੇ ਲੋਕ ਸਨ, ਜਿਹੜੇ ਜੰਗ ਦੇ ਮੋਰਚਿਆਂ ਤੇ ਲੜਨ ਦੇ ਬਹੁਤਾ ਕਾਬਲ ਨਹੀਂ ਰਹੇ ਸਨ, ਅਤੇ ਜਾਂ ਬਿਲਕੁਲ ਨਵੇਂ ਰੰਗਰੂਟ ਸਨ, ਜਿਨ੍ਹਾਂ ਨੂੰ ਲੜਾਈ ਦਾ ਬਹੁਤਾ ਅਭਿਆਸ ਨਹੀਂ ਸੀ। ਇਹ ਜ਼ਿਆਦਾ ਕਰਕੇ ਮੈਗਜ਼ੀਨਾਂ ਭਾਵ ਹਥਿਆਰਾਂ ਦੇ ਭੰਡਾਰਾਂ ਦੀ ਰਾਖੀ ਕਰਨ ਲਈ ਹੀ ਰੱਖੇ ਹੋਏ ਸਨ। ਸਮੁੱਚੇ ਉੱਤਰੀ ਭਾਰਤ ਦੀਆਂ 2-3 ਵੱਡੀਆਂ ਛਾਉਣੀਆਂ ਜਿਵੇਂ ਲਾਹੌਰ, ਫਿਰੋਜ਼ਪੁਰ ਤੇ ਅੰਬਾਲਾ ਆਦਿ ਨੂੰ ਛੱਡ ਕੇ ਹੋਰ ਕਿਸੇ ਵੀ ਇੱਕ ਛਾਉਣੀ ਵਿੱਚ 300 ਤੋਂ ਵੱਧ ਗੋਰੇ ਫੌਜੀ ਨਹੀਂ ਬਚੇ ਸਨ। ਫੌਜੀ ਨੁਕਤਾ ਨਿਗਾਹ ਤੋਂ ਹਿੰਦੁਸਤਾਨ ਦੇ ਅੰਦਰ ਅੰਗਰੇਜ਼ ਹਾਕਮਾਂ ਦੀ ਇਹ ਕਮਜ਼ੋਰ ਹਾਲਤ ਗਦਰੀ ਇਨਕਲਾਬੀਆਂ ਦੇ ਧਿਆਨ ਵਿੱਚ ਸੀ ਅਤੇ ਉਹਨਾਂ ਨੇ ਇਸ ਮੁਤਾਬਕ ਹੀ ਆਪਣੀ ਗਦਰ ਦੀ ਪਲਾਨ ਘੜੀ ਸੀ। ਉਹਨਾਂ ਨੂੰ ਭਰੋਸਾ ਸੀ ਕਿ ਛਾਉਣੀਆਂ ਅੰਦਰ ਇੰਨੇ ਕੁ ਗੋਰਿਆਂ ਨੂੰ ਕਾਬੂ ਕਰਨਾ ਬਹੁਤਾ ਔਖਾ ਨਹੀਂ ਸੀ। ਇਸ ਸਮੁੱਚੀ ਸਥਿਤੀ ਨੂੰ ਵਾਚਣ ਤੋਂ ਬਾਅਦ ਗਦਰੀ ਆਗੂਆਂ ਨੇ ਨਵੰਬਰ ਦੇ ਮਹੀਨੇ ਵਿੱਚ ਹੀ ਬਗਾਵਤ ਸ਼ੁਰੂ ਕਰ ਦੇਣ ਦਾ ਮਨ ਬਣਾ ਲਿਆ ਸੀ। ਉਹਨਾਂ ਸਾਹਮਣੇ ਵੱਡੀ ਸਮੱਸਿਆ ਲਾਹੌਰ ਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਉੱਤੇ ਇੱਕੋ ਵੇਲੇ ਹਮਲਾ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਹਥਿਆਰ ਤੇ ਇਨਕਲਾਬੀ ਵਰਕਰ ਇਕੱਠੇ ਕਰਨਾ ਸੀ। ਇਸ ਸਮੱਸਿਆ ਨੂੰ ਵਿਚਾਰਨ ਲਈ ਗਦਰੀ ਆਗੂਆਂ ਨੇ 17 ਨਵੰਬਰ ਨੂੰ ਮਾਲਵੇ ਤੇ ਦੁਆਬੇ ਦੇ ਗਦਰੀਆਂ ਨੂੰ ਲਾਡੂਵਾਲ ਦੇ ਸਟੇਸ਼ਨ ਉੱਤੇ ਅਤੇ ਮਾਝੇ ਦੇ ਗਦਰੀਆਂ ਨੂੰ ਤਰਨਤਾਰਨ ਦੀ ਮੱਸਿਆ ਉੱਤੇ ਇਕੱਤਰ ਹੋਣ ਲਈ ਸੁਨੇਹੇ ਲਾ ਦਿੱਤੇ ਸਨ। ਮਿੱਥੀ ਪਲਾਨ ਮੁਤਾਬਕ ਇਹਨਾਂ ਦੋਵਾਂ ਥਾਵਾਂ ਤੇ ਗਦਰੀ ਵਰਕਰ ਵਿਚਾਰਾਂ ਕਰਨ ਲਈ ਇਕੱਤਰ ਹੋਏ। ਇਹਨਾਂ ਮੀਟਿੰਗਾਂ ਵਿੱਚ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਮਾਲਵੇ ਦੇ ਗਦਰੀਆਂ ਨੇ 19 ਨਵੰਬਰ ਨੂੰ ਫਿਰ ਮੋਗੇ ਮੀਟਿੰਗ ਕੀਤੀ, ਜਿੱਥੇ ਫਿਰੋਜ਼ਪੁਰ ਦੀ ਛਾਉਣੀ ਉੱਤੇ ਹਮਲਾ ਕਰਨ ਦੀ ਮੁੱਢਲੀ ਵਿਉਂਤ ਵਿਚਾਰੀ ਗਈ। ਛਾਉਣੀਆਂ ਉੱਤੇ ਬਾਹਰੋਂ ਹਮਲੇ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦ ਕਰਨ ਦੇ ਮਕਸਦ ਨਾਲ 23 ਨਵੰਬਰ ਨੂੰ ਲੁਧਿਆਣਾ ਦੇ ਨੇੜੇ ਬੱਦੋਵਾਲ ਅਤੇ ਉਸੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਝਾੜ ਸਾਹਿਬ ਦੇ ਗੁਰਦੁਆਰੇ ਅੰਦਰ ਵੱਡੇ ਇਕੱਠ ਕਰਨ ਦਾ ਫੈਸਲਾ ਹੋਇਆ। ਝਾੜ ਸਾਹਿਬ ਦੇ ਗੁਰਦੁਆਰੇ ਦਾ ਗ੍ਰੰਥੀ ਗਦਰੀਆਂ ਦਾ ਦ੍ਰਿੜ ਹਮੈਤੀ ਸੀ। ਇਹਨਾਂ ਮੀਟਿੰਗਾਂ ਅੰਦਰ ਸਮੁੱਚੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ 26 ਨਵੰਬਰ ਦੀ ਰਾਤ ਨੂੰ ਦੋਨੋਂ ਛਾਉਣੀਆਂ ਉੱਤੇ ਇੱਕੋ ਸਮੇਂ ਹਮਲਾ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ ਅਤੇ ਇਸ ਪ੍ਰਥਾਏ ਵੱਖ-ਵੱਖ ਵਰਕਰਾਂ ਦੇ ਰੋਲ ਨਿਸ਼ਚਿਤ ਕੀਤੇ ਗਏ। ਬੱਦੋਵਾਲ ਦੀ ਮੀਟਿੰਗ ਵਿੱਚ ਭਾਈ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੁੱਗਾ, ਪੰਡਤ ਕਾਂਛੀ ਰਾਮ, ਭਾਈ ਗਾਂਧਾ ਸਿੰਘ ਕੱਚਰਪਨ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਜਗਤ ਸਿੰਘ ਬਿਜਲ, ਰਹਿਮਤ ਅਲੀ ਵਜੀਦਕੇ, ਭਾਈ ਵਰਿਆਮ ਸਿੰਘ ਅਮਲੀ ਤੋਂ ਇਲਾਵਾ ਮਾਲਵੇ ਤੇ ਦੁਆਬੇ ਦੇ ਹੋਰ ਬਹੁਤ ਸਾਰੇ ਪ੍ਰਮੁੱਖ ਗਦਰੀ ਸ਼ਾਮਲ ਹੋਏ ਸਨ। ਭਾਈ ਨਿਧਾਨ ਸਿੰਘ ਚੁੱਗਾ ਨੇ ਮੀਟਿੰਗ ਵਿੱਚ ਦੱਸਿਆ ਕਿ ਫਿਰੋਜ਼ਪੁਰ ਵਿਖੇ ਤੈਨਾਤ ਪਠਾਣਾਂ ਦੀ ਪਲਟਨ ਨੇ ਉਹਨਾਂ ਨਾਲ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ। 26 ਨਵੰਬਰ ਦੀ ਰਾਤ ਨੂੰ ਛਾਉਣੀ ਉੱਤੇ ਹਮਲਾ ਕਰਨ ਲਈ ਸਾਰੇ ਗਦਰੀ ਮਰਜੀਵੜਿਆਂ ਨੂੰ
ਫਿਰੋਜ਼ਪੁਰ ਦੇ ਨੇੜੇ ਜਲਾਲਾਬਾਦ ਵਾਲੀ ਸੜਕ ਤੇ ਮਿਥੇ ਹੋਏ ਸਥਾਨ ਤੇ ਇਕੱਠੇ ਹੋਣ ਲਈ ਕਿਹਾ ਗਿਆ। ਝਾੜ ਸਾਹਿਬ ਦੀ ਮੀਟਿੰਗ ਵਿੱਚ 23ਵੇਂ ਰਸਾਲੇ ਦੇ ਗਦਰੀਆਂ ਦੇ ਹਮੈਤੀ ਸਿਪਾਹੀਆਂ ਨੂੰ ਵੀ ਸੱਦਿਆ ਗਿਆ ਸੀ। ਇਨ੍ਹਾਂ ਸਿਪਾਹੀਆਂ ਚੋਂ ਬੂਟਾ ਸਿੰਘ ਨਾਂ ਦੇ ਇੱਕ ਜਵਾਨ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਉਦੇਸ਼ ਨਾਲ ਆਪਣਾ ਟੱਬਰ ਪਿੰਡ ਭੇਜ ਦਿੱਤਾ ਸੀ। ਲੈਂਸ ਦਫੇਦਾਰ ਭਾਈ ਲਛਮਣ ਸਿੰਘ ਨੇ ਇਸ ਮੰਤਵ ਲਈ ਅਗਾਊਂ ਛੁੱਟੀ ਲੈ ਰੱਖੀ ਸੀ। 26 ਦੀ ਰਾਤ ਨੂੰ ਝਾੜ ਸਾਹਿਬ ਪਹੁੰਚਣ ਬਾਰੇ ਵਿਚਾਰਾਂ ਕਰਨ ਲਈ 30-35 ਸਿਪਾਹੀ ਕੁਆਟਰਾਂ ਵਿੱਚ ਇੱਕ ਨਵੇਕਲੀ ਜਗ੍ਹਾ ਇਕੱਠੇ ਹੋਏ, ਜਿਨ੍ਹਾਂ ਵਿੱਚ ਨਾਇਕ ਵਧਾਵਾ ਸਿੰਘ ਪਿੰਡ ਰੂੜੀਵਾਲਾ, ਪਿੰਡ ਢੋਟੀਆਂ ਥਾਣਾ ਸਰਹਾਲੀ ਦੇ 2 ਸਵਾਰ ਨੱਥਾ ਸਿੰਘ ਤੇ ਬੁੱਧ ਸਿੰਘ, ਸਵਾਰ ਇੰਦਰ ਸਿੰਘ ਅਬਦੁੱਲਾ ਆਦਿ ਸ਼ਾਮਲ ਸਨ। ਸਬੱਬ ਨਾਲ ਰਸਾਲੇ ਦਾ ਗ੍ਰੰਥੀ ਮੂਲਾ ਸਿੰਘ ਵੀ ਉਸੇ ਟਾਈਮ ਕੁਆਟਰਾਂ ਵਿੱਚ ਆਪਣੇ ਕਿਸੇ ਦੋਸਤ ਦੇ ਘਰੋਂ ਆਪਣੀ ਪਤਨੀ ਨੂੰ ਬੁਲਾਉਣ ਲਈ ਆ ਗਿਆ। ਉਸਨੇ ਜਦ ਕਿੰਨੇ ਸਾਰੇ ਬੰਦੇ ਇਕੱਠੇ ਹੋਏ ਵੇਖੇ ਤਾਂ ਉਹ ਸਹਿਜ ਸੁਭਾਅ ਹੀ ਇਕੱਠ ਦਾ ਕਾਰਨ ਜਾਣਨ ਲਈ ਉਹਨਾਂ ਕੋਲ ਚਲਾ ਗਿਆ। ਉਹ 23 ਸਾਲਾਂ ਦੇ ਰਸਾਲੇ ਅੰਦਰ ਗ੍ਰੰਥੀ ਦੀ ਸੇਵਾ ਨਿਭਾਉਂਦਾ ਆ ਰਿਹਾ ਸੀ। ਵੈਸੇ ਵੀ ਉਹਨਾਂ ਹੀ ਪਿੰਡਾਂ ਦਾ ਸੀ ਜਿਨ੍ਹਾਂ ਚੋਂ ਰਸਾਲੇ ਦੇ ਜ਼ਿਆਦਾਤਰ ਸਿਪਾਹੀ ਸਨ। ਇਸ ਕਰਕੇ ਉਸ ਦੀ ਸਾਰਿਆਂ ਨਾਲ ਗੂੜੀ ਜਾਣ ਪਛਾਣ ਸੀ। ਭਾਈ ਲਛਮਣ ਸਿੰਘ ਨਾਲ ਉਸ ਦੀ ਖਾਸ ਕਰਕੇ ਵੱਧ ਅਪਣਤ ਤੇ ਨੇੜਤਾ ਸੀ, ਜਿਸ ਕਰਕੇ ਭਾਈ ਲਛਮਣ ਸਿੰਘ ਨੇ ਉਸ ਉੱਤੇ ਵਿਸ਼ਵਾਸ ਕਰਦਿਆਂ ਉਸ ਨੂੰ ਝਾੜ ਸਾਹਿਬ ਜਾਣ ਵਾਲੀ ਆਪਣੀ ਸਾਰੀ ਪਲਾਨ ਦੱਸ ਦਿੱਤੀ। ਮੂਲਾ ਸਿੰਘ ਦਾ ਬਾਪ ਤੇ ਦਾਦਾ ਵੀ ਉਸ ਵਾਂਗੂ ਫੌਜ ਅੰਦਰ ਗ੍ਰੰਥੀ ਸਨ। ਇਸ ਤਰ੍ਹਾਂ 3 ਪੁਸ਼ਤਾਂ ਤੋਂ ਅੰਗਰੇਜ਼ੀ ਹਕੂਮਤ ਦੀ ਨੌਕਰੀ ਕਰਨ ਸਦਕਾ ਗੁਲਾਮੀ ਤੇ ਵਫਾਦਾਰੀ ਮੂਲਾ ਸਿੰਘ ਦੇ ਖੂਨ ਵਿੱਚ ਰਚੀ ਹੋਈ ਸੀ। ਉਸ ਦਾ ਨਜ਼ਰੀਆ ਇੱਕ ਵਿਸ਼ੇਸ਼ ਤਰਜ਼ ਉੱਤੇ ਢਲ ਚੁੱਕਾ ਸੀ। ਖਾਨਦਾਨੀ ਗ੍ਰੰਥੀ ਹੋਣ ਕਰਕੇ ਉਸ ਨੂੰ ਗੱਲ ਕਰਨ ਦਾ ਤਰੀਕਾ ਤੇ ਸਲੀਕਾ ਆਉਂਦਾ ਸੀ, ਜਿਸ ਕਰਕੇ ਉਸ ਨੇ ਬਗਾਵਤ ਲਈ ਤਤਪਰ ਰਸਾਲੇ ਦੇ ਚੋਬਰਾਂ ਨੂੰ ਦਲੀਲਬਾਜ਼ੀ ਵਿੱਚ ਉਲਝਾ ਲਿਆ। ਅਜਿਹੇ ਮੌਕੇ ਮਨ ਦੀ ਅਵਸਥਾ ਬੜੀ ਤਰਲ ਹੁੰਦੀ। ਜਿਸ ਵੰਨੇ ਦਲੀਲ ਦਾ ਵਜ਼ਨ ਪੈ ਜਾਂਦਾ ਹੈ, ਮਨ ਉਸੇ ਵੰਨੇ ਝੁਕ ਜਾਂਦਾ ਹੈ। ਵੈਸੇ ਵੀ ਮਨੋਵਿਗਿਆਨੀਆਂ ਦਾ ਮਤ ਹੈ ਕਿ ਮਨੁੱਖ ਅੰਦਰ ਆਪਣੇ ਉਸਤਾਦ ਤੇ ਪਾਦਰੀ ਦੀ ਕਹੀ ਹੋਈ ਗੱਲ ਨਾਲ ਸਹਿਮਤ ਹੋਣ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ। ਸੋ ਮੂਲਾ ਸਿੰਘ ਨੇ ਰਸਾਲੇ ਦੇ ਸਿਪਾਹੀਆਂ ਨੂੰ ਆਪਣੀਆਂ ਦਲੀਲਾਂ ਨਾਲ ਨਿਢਾਲ ਕਰ ਲਿਆ ਅਤੇ ਅੰਤ ਵਿੱਚ ਉਹਨਾਂ ਨੂੰ ਸਮਝਾ ਬੁਝਾ ਕੇ ਘਰਾਂ ਨੂੰ ਤੋਰ ਦਿੱਤਾ। ਘੋੜਿਆਂ ਦੀਆਂ ਕੱਸੀਆਂ ਹੋਈਆਂ ਕਾਠੀਆਂ ਖੁੱਲ੍ਹ ਗਈਆਂ। ਮੂਲਾ ਸਿੰਘ ਤਾਂ ਆਰਾਮ ਨਾਲ ਘਰੇ ਜਾ ਕੇ ਸੌਂ ਗਿਆ ਸੀ, ਪਰ ਵਕਤੀ ਤੌਰ ਤੇ ਉਸ ਦੀਆਂ ਦਲੀਲਾਂ ਦਾ ਅਸਰ ਕਬੂਲ ਕਰ ਲੈਣ ਦੀ ਗਲਤੀ ਕਰ ਬੈਠੇ ਸਿਪਾਹੀ ਸਾਰੀ ਰਾਤ ਗੁਨਾਹ ਤੇ ਪਛਤਾਵੇ ਦੇ ਅਹਿਸਾਸ ਨਾਲ ਤੜਫਦੇ ਰਹੇ। ਉਹਨਾਂ ਦੀ ਸੁਰਤ ਝਾੜ ਸਾਹਿਬ ਤੋਂ ਪਾਸੇ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਉਧਰ ਝਾੜ ਸਾਹਿਬ ਵਿਖੇ ਦਰਜਨਾਂ ਦੀ ਸੰਖਿਆ ਵਿੱਚ ਇਕੱਤਰ ਹੋਏ ਗਦਰੀ ਸੂਰਮੇ ਰਸਾਲੇ ਦੇ ਜਵਾਨਾਂ ਦਾ ਇੰਤਜ਼ਾਰ ਕਰ ਕਰ ਥੱਕ ਗਏ ਸਨ। ਉਹਨਾਂ ਦੇ ਕੰਨ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਨ ਨੂੰ ਤਰਸ ਗਏ ਸਨ। ਰਸਾਲੇ ਦੇ ਜਵਾਨਾਂ ਤੋਂ ਬਗੈਰ ਉਹ ਆਪਣੇ ਨਾਮਾਤਰ ਹਥਿਆਰਾਂ ਨਾਲ ਛਾਉਣੀ ਉੱਤੇ ਹਮਲਾ ਕਿਵੇਂ ਕਰ ਸਕਦੇ ਸਨ। ਅੰਤ ਵਿੱਚ ਥੱਕ ਹਾਰ ਕੇ ਉਹਨਾਂ ਨੂੰ ਉੱਥੋਂ ਪਿੰਡ ਜਾਣ ਦਾ ਫੈਸਲਾ ਕਰਨਾ ਪੈ ਗਿਆ। ਪਰ ਇਸੇ ਦੌਰਾਨ ਰਸਾਲੇ ਦੇ 4 ਜਵਾਨ ਸੁੱਚਾ ਸਿੰਘ ਪਿੰਡ ਚੋਲਾ ਸਾਹਿਬ, ਸੁਰੈਣ ਸਿੰਘ, ਮਹਾਰਾਜ ਸਿੰਘ ਤੇ ਚੰਨਣ ਸਿੰਘ ਭਾਰੀ ਜੱਕੋ ਤੱਕੀ ਤੋਂ ਬਾਅਦ ਜਦੋਂ ਅੱਧੀ ਰਾਤ ਤੋਂ ਵੱਧ ਰਾਤ ਗੁਜ਼ਰ ਗਈ ਸੀ, ਘੋੜਿਆਂ ਤੇ ਸਵਾਰ ਹੋ ਕੇ ਝਾੜ ਸਾਹਿਬ ਵੱਲ ਚੱਲ ਪਏ। ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਗਦਰੀ ਉੱਥੋਂ ਜਾ ਚੁੱਕੇ ਸਨ। ਝਾੜ ਸਾਹਿਬ ਤੋਂ ਨਿਰਾਸ਼ ਮੁੜੇ ਗਦਰੀ ਅਗਲੀ ਰਾਤ ਕੈਰੋਂ ਦੇ ਥੇਹ ਉੱਤੇ ਫਿਰ ਇਕੱਠੇ ਹੋ ਗਏ। ਇੱਥੇ ਉਹਨਾਂ ਨਾਲ ਕੁਝ ਹੋਰ ਬੰਦੇ ਵੀ ਆ ਰਲੇ ਸਨ। ਰਸਾਲੇ ਵਾਲੇ ਜਵਾਨਾਂ ਨਾਲ ਅਜੇ ਤੱਕ ਵੀ ਉਹਨਾਂ ਦਾ ਮੇਲ ਨਹੀਂ ਹੋਇਆ ਸੀ। ਇਸ ਕਰਕੇ ਹਥਿਆਰਾਂ ਤੋਂ ਬਿਨਾਂ ਉਹ ਕੁਝ ਵੀ ਨਹੀਂ ਕਰ ਸਕਦੇ ਸਨ। ਅੰਤ ਵਿੱਚ ਸੋਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਅਗਲੇ ਦਿਨ ਸਰਹਾਲੀ ਦੇ ਥਾਣੇ ਤੇ ਹਮਲਾ ਕਰਕੇ ਉੱਥੋਂ ਹਥਿਆਰ ਲੁੱਟੇ ਜਾਣ ਅਤੇ ਫਿਰ ਲਾਹੌਰ ਦੀ ਛਾਉਣੀ ਤੇ ਹਮਲੇ ਬਾਰੇ ਸੋਚਿਆ ਜਾਵੇਗਾ। 28 ਨਵੰਬਰ ਨੂੰ ਗਦਰੀਆਂ ਦਾ ਇੱਕ ਤਕੜਾ ਦਲ ਇਕੱਠਾ ਹੋ ਕੇ ਸਰਹਾਲੀ ਚਲਾ ਗਿਆ, ਪਰ ਇਨਕਲਾਬੀਆਂ ਦੇ ਡਰ ਕਾਰਨ ਉਨੀ ਦਿਨੀ ਥਾਣਿਆਂ ਦੇ ਬੂਹੇ ਦਿਨ ਨੂੰ ਵੀ ਬੰਦ ਰੱਖੇ ਜਾਂਦੇ ਸਨ। ਗਦਰੀਆਂ ਨੇ ਸੋਚਿਆ ਕਿ ਦਦੇਹਰ ਪਿੰਡ ਦੇ ਇੱਕ ਬਦਮਾਸ਼, ਜਿਸ ਨੂੰ ਸਰਹਾਲੀ ਥਾਣੇ ਦਾ ਅਮਲਾ ਫੈਲਾ ਚੰਗੀ ਤਰ੍ਹਾਂ ਜਾਣਦਾ ਤੇ ਪਛਾਣਦਾ ਸੀ, ਦੀ ਮਦਦ ਨਾਲ ਥਾਣੇ ਦਾ ਬੂਹਾ ਖੁਲਵਾਇਆ ਜਾਵੇ। ਪਰ ਮਾੜੀ ਕਿਸਮਤ ਨੂੰ ਉਹ ਬਦਮਾਸ਼ ਕਿਤੇ ਵਾਂਢੇ ਗਿਆ ਹੋਇਆ ਸੀ। ਗਦਰੀ ਥਾਣੇ ਦੇ ਨੇੜੇ ਲੁਕ ਕੇ ਬੈਠ ਗਏ ਤੇ ਸਾਰਾ ਦਿਨ ਬੂਹਾ ਖੁੱਲਣ ਦੀ ਉਡੀਕ ਕਰਦੇ ਰਹੇ,
ਪਰ ਬੂਹਾ ਨਾ ਖੁੱਲਿਆ। ਅੰਤ ਵਿੱਚ ਹਾਰ ਹੰਬ ਕੇ ਗਦਰੀ ਇੱਧਰ ਉੱਧਰ ਖਿੰਡ ਗਏ। ਰਸਾਲੇ ਦੇ ਜਿਹੜੇ 4 ਸਵਾਰ ਝਾੜ ਸਾਹਿਬ ਪਹੁੰਚ ਗਏ ਸਨ, ਉਹਨਾਂ ਨੂੰ ਜਦੋਂ ਉੱਥੇ ਕੋਈ ਗਦਰੀ ਨਾ ਮਿਲਿਆ ਤਾਂ ਉਹਨਾਂ ਚੋਂ ਇੱਕ ਤਾਂ ਉਸੇ ਵੇਲੇ ਵਾਪਸ ਚਲਾ ਗਿਆ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਹਾਜ਼ਰ ਹੋ ਗਿਆ, ਜਿਸ ਕਰਕੇ ਉਸ ਦਾ ਤਾਂ ਅਫਸਰਾਂ ਨੂੰ ਪਤਾ ਹੀ ਨਾ ਚੱਲਿਆ। ਪਰ 3 ਸਵਾਰਾਂ ਦੇ ਭਗੌੜੇ ਹੋ ਜਾਣ ਦਾ ਰੌਲਾ ਪੈ ਗਿਆ। ਝਾੜ ਸਾਹਿਬ ਦੀ ਮੀਟਿੰਗ ਦੀ ਵੀ ਉੜਦੀ ਖਬਰ ਫੈਲ ਗਈ, ਜਿਸ ਕਰਕੇ ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਪਠਾਣਾ ਤੇ ਗੋਰਖਿਆਂ ਦੀਆਂ 2-2 ਤੁਰਪਾਂ ਰਸਾਲੇ ਤੋਂ ਭਗੌੜੇ ਹੋਏ ਸਵਾਰਾਂ ਦੀ ਤਲਾਸ਼ ਵਿੱਚ ਸਰਹਾਲੀ ਦੇ ਇਲਾਕੇ ਦੀ ਗਸ਼ਤ ਕਰਨ ਲਈ ਭੇਜ ਦਿੱਤੀਆਂ। ਸਵਾਰ ਗਦਰੀਆਂ ਨਾਲ ਸੰਪਰਕ ਕਰਨ ਦੇ ਚੱਕਰਾਂ ਵਿੱਚ ਝਾੜ ਸਾਹਿਬ ਦੇ ਇਰਦ ਗਿਰਦ ਆਵਾਗਮਨ ਗੇੜੇ ਕੱਢਦੇ ਰਹੇ। ਇਸੇ ਤਰ੍ਹਾਂ ਫਿਰਦੇ ਉਹ ਪੁਲਿਸ ਦੇ ਕਾਬੂ ਆ ਗਏ, ਪਰ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਉਹਨਾਂ ਨੇ ਕੋਈ ਭੇਦ ਜ਼ਾਹਰ ਨਾ ਕੀਤਾ। ਉਧਰ ਗ੍ਰੰਥੀ ਮੂਲਾ ਸਿੰਘ ਨੇ ਵੀ ਰਾਤ ਵਾਲੀ ਮੀਟਿੰਗ ਦੀ ਘਟਨਾ ਬਾਰੇ ਅਫਸਰਾਂ ਨੂੰ ਕੋਈ ਇਤਲਾਹ ਨਾ ਦਿੱਤੀ, ਜਿਸ ਕਰਕੇ ਸਾਰੀ ਗੱਲ ਢੱਕੀ ਰਹਿ ਗਈ ਸੀ। ਨੋਟ: 2 ਵਾਅਦਾ ਮੁਆਫ ਗਵਾਹਾਂ ਨਵਾਬ ਖਾਨ ਤੇ ਜਵਾਲਾ ਸਿੰਘ ਪਿੰਡ ਗੁਰੂਸਰ ਥਾਣਾ ਕੋਟ ਭਾਈ ਨੇ ਅਦਾਲਤ ਸਾਹਮਣੇ ਗਵਾਹੀ ਦਿੰਦਿਆਂ ਦੱਸਿਆ ਸੀ ਕਿ ਕਰਤਾਰ ਸਿੰਘ ਸਰਾਭਾ ਨੇ 25 ਨਵੰਬਰ ਦੀ ਰਾਤ ਨੂੰ ਮਾਲਵੇ ਦੇ ਕੁਝ ਗਦਰੀਆਂ ਦੀ ਮਦਦ ਨਾਲ ਮੀਆਂ ਮੀਰ ਦੀ ਛਾਉਣੀ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਸੀ। ਉਸ ਅਨੁਸਾਰ ਮੀਆਂ ਮੀਰ ਦੀ ਛਾਉਣੀ ਵਿੱਚ ਤਾਇਨਾਤ ਇੱਕ ਹੌਲਦਾਰ, ਜਿਸ ਦੀ ਮੈਗਜ਼ੀਨ ਉੱਤੇ ਡਿਊਟੀ ਸੀ, ਦੀ ਮੌਕੇ ਤੇ ਬਦਲੀ ਹੋ ਜਾਣ ਕਰਕੇ ਹਮਲਾ ਕਰਨ ਦੀ ਵਿਉਂਤ ਨੇਪਰੇ ਨਾ ਚੜ੍ਹ ਸਕੀ। ਸਰਾਭੇ ਦੀ ਇਸ ਹੌਲਦਾਰ ਨਾਲ ਜਾਣ ਪਛਾਣ ਰੇਲ ਦੇ ਸਫ਼ਰ ਦੌਰਾਨ ਹੀ ਹੋਈ ਸੀ। ਸਰਾਭਾ ਰੇਲ ਗੱਡੀ ਵਿੱਚ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਿਹਾ ਸੀ ਅਤੇ ਉਹ ਆਪਣੇ ਸੁਭਾਅ ਮੁਤਾਬਕ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੇ ਹੌਲਦਾਰ, ਜਿਹੜਾ ਫੌਜੀ ਵਰਦੀ ਵਿੱਚ ਸੀ, ਨਾਲ ਗੱਲੀ ਪੈ ਗਿਆ। ਜਲੰਧਰ ਤੱਕ ਜਾਂਦਿਆਂ ਹੌਲਦਾਰ ਸਰਾਭੇ ਦਾ ਮੁਰੀਦ ਬਣ ਗਿਆ ਸੀ ਅਤੇ ਉਸ ਨੇ ਸਰਾਭੇ ਨਾਲ ਇਹ ਵਾਅਦਾ ਕਰ ਲਿਆ ਸੀ ਕਿ ਉਹ ਜਦੋਂ ਚਾਹੇ ਉਸ ਕੋਲੋਂ ਮੈਗਜ਼ੀਨ ਦੀਆਂ ਚਾਬੀਆਂ ਲੈ ਕੇ ਹਥਿਆਰ ਲੁੱਟਣ ਦਾ ਪ੍ਰੋਗਰਾਮ ਬਣਾ ਸਕਦਾ ਸੀ। ਨਵਾਬ ਖਾਨ ਵੱਲੋਂ ਦੱਸੀ ਇਹ ਕਹਾਣੀ ਅੱਧੀ ਸੱਚੀ ਤੇ ਅੱਧੀ ਝੂਠੀ ਜਾਪਦੀ ਹੈ। ਕਹਾਣੀ ਦਾ ਸਰਾਭੇ ਦੀ ਹੌਲਦਾਰ ਨੂੰ ਮਿਲਣੀ ਵਾਲਾ ਹਿੱਸਾ ਤਾਂ ਸੱਚਾ ਲੱਗਦਾ ਹੈ, ਪਰ 25 ਨਵੰਬਰ ਨੂੰ ਮੀਆਂ ਮੀਰ ਉੱਤੇ ਹਮਲਾ ਕਰਨ ਦੇ ਅਸਫਲ ਯਤਨ ਵਾਲਾ ਸਾਰਾ ਕਿੱਸਾ ਵਾਅਦਾ ਮੁਆਫ ਗਵਾਹਾਂ ਵੱਲੋਂ ਪੁਲਿਸ ਦੇ ਕਹਿਣ ਤੇ ਘੜਿਆ ਲੱਗਦਾ, ਜਿਸ ਦਾ ਮੰਤਵ ਗਦਰੀਆਂ ਵਿਰੁੱਧ ਮੁਕੱਦਮੇ ਨੂੰ ਵਧੇਰੇ ਮਜ਼ਬੂਤ ਕਰਨਾ ਸੀ। ਕਿਉਂਕਿ ਸਭ ਤੋਂ ਅਹਿਮ ਗੱਲ ਇਹ ਕਿ ਜਦੋਂ ਮੀਆਂ ਮੀਰ ਤੇ ਫਿਰੋਜ਼ਪੁਰ ਉੱਤੇ ਹਮਲਾ ਕਰਨ ਲਈ 26 ਨਵੰਬਰ ਦੀ ਤਰੀਕ ਮਿਥੀ ਜਾ ਚੁੱਕੀ ਸੀ ਅਤੇ ਇਸ ਮੰਤਵ ਲਈ 26 ਦੀ ਰਾਤ ਨੂੰ ਝਾੜ ਸਾਹਿਬ ਤੇ ਫਿਰੋਜ਼ਪੁਰ ਵਿਖੇ ਵੱਡੇ ਇਕੱਠ ਬੁਲਾਏ ਗਏ ਸਨ, ਤਾਂ 25 ਨਵੰਬਰ ਨੂੰ ਮੀਆਂ ਮੀਰ ਉੱਤੇ ਹਮਲਾ ਕਰਨ ਦੀ ਵਿਉਂਤ ਦੀ ਕੋਈ ਵੀ ਤੁਕ ਨਜ਼ਰ ਨਹੀਂ ਆਉਂਦੀ। ਦੂਜੀ ਗੱਲ, ਗਵਾਹਾਂ ਨੇ ਇਸ ਹਮਲੇ ਦੀ ਵਿਉਂਤ ਵਿੱਚ ਸ਼ਾਮਲ ਹੋਏ ਜਿਹੜੇ ਗਦਰੀਆਂ ਦੇ ਨਾਂ ਗਿਣਾਏ ਹਨ, ਉਹਨਾਂ ਵਿੱਚ ਮਾਝੇ ਦੇ ਕਿਸੇ ਵੀ ਅਹਿਮ ਗਦਰੀ ਦਾ ਨਾਮ ਨਹੀਂ ਆਉਂਦਾ। ਖਾਸ ਕਰਕੇ ਮੀਆਂ ਮੀਰ ਦੀ ਛਾਉਣੀ ਤੇ ਹਮਲਾ ਕਰਨ ਵਾਲਿਆਂ ਵਿੱਚ ਭਾਈ ਪ੍ਰੇਮ ਸਿੰਘ ਸੁਰ ਸਿੰਘੀਆ ਸ਼ਾਮਲ ਨਾ ਹੋਵੇ, ਇਹ ਗੱਲ ਉੱਕਾ ਹੀ ਮੰਨਣ ਵਿੱਚ ਨਹੀਂ ਆਉਂਦੀ। ਤੀਜੀ ਗੱਲ, ਸਾਰੀ ਕਹਾਣੀ ਵਿੱਚ 23ਵੇਂ ਰਸਾਲੇ ਦਾ ਕੋਈ ਜ਼ਿਕਰ ਨਹੀਂ ਹੈ। ਆਖਰੀ ਗੱਲ, ਇਹਨਾਂ 2 ਵਾਅਦਾ ਮੁਆਫ ਗਵਾਹਾਂ ਦੀ ਗਵਾਹੀ ਤੋਂ ਛੁੱਟ ਇਸ ਦੀ ਹੋਰ ਕਿਸੇ ਵੀ ਸੋਮੇ ਤੋਂ ਪੁਸ਼ਟੀ ਨਹੀਂ ਹੁੰਦੀ। ਇਸ ਸਮੁੱਚੇ ਪ੍ਰਸੰਗ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਰਕਾਰੀ ਦਸਤਾਵੇਜ਼ਾਂ ਦੀ ਵਰਤੋਂ ਬਹੁਤ ਹੀ ਇਹਤਿਆਤ ਨਾਲ ਕਰਨੀ ਚਾਹੀਦੀ ਹੈ। ਇਹਨਾਂ ਵਿੱਚ ਬਹੁਤ ਸਾਰਾ ਝੂਠ ਸੱਚ ਗੁੰਨਿਆ ਹੁੰਦਾ ਹੈ। ਹਥਲੀ ਲਿਖਤ ਦੇ ਲੇਖਕ ਵੱਲੋਂ ਵੀ ਗਦਰੀ ਬਾਬੇ ਕੌਣ ਸਨ ਨਾਮੀ ਕਿਤਾਬ ਲਿਖਣ ਵਾਲੇ ਅਣਜਾਣਪੁਣੇ ਕਾਰਨ ਇਸ ਕਿਸਮ ਦੀਆਂ ਕੁਝ ਉਕਾਈਆਂ ਹੋ ਗਈਆਂ ਸਨ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 27ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਬਾਕੀ ਭਾਗ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।